ਹਾਂਜੀ ਪਸ਼ੂ ਪਾਲਕ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਪਾਂ ਵਿਸ਼ਾ ਸ਼ੁਰੂ ਕੀਤਾ ਸੀਗਾ ਵੀ ਮੱਝਾਂ ਬੋਲਦੀਆਂ ਨਹੀਂ ਅਤੇ ਗਾਵਾਂ ਰਹਿੰਦੀਆਂ ਨਹੀਂ ਹੈਗੀਆਂ। ਦੇਖਿਆ ਜਾਵੇ ਤਾਂ ਇਹ ਵਿਸ਼ੇ ਨੂੰ ਥੋੜ੍ਹਾ ਜਿਹਾ ਸਹੀ ਤਰੀਕੇ ਨਾਲ ਕਹਿਣਾ ਚਾਹੀਦਾ ਹੈਗਾ ਵੀ ਸਮੱਸਿਆ ਹੁਣ ਦੋਨੇ ਪਾਸੇ ਉਨੀ ਹੀ ਹੈ। ਮੱਝਾਂ ਦੇ ਵਿੱਚ ਵੀ ਬੋਲਣ ਦੀ ਸਮੱਸਿਆ ਹੈ ਔਰ ਗਾਵਾਂ ਅਤੇ ਬੈੜੀਆਂ ਵੀ ਸੂਣ ਤੋਂ ਬਾਅਦ ਕਈ ਵਾਰ ਨਹੀਂ ਬੋਲਦੀਆਂ ਹੈਗੀਆਂ, ਔਰ ਰਹਿਣ ਦੀ ਸਮੱਸਿਆ ਵੀ ਦੋਨਾਂ 'ਚ ਬਰਾਬਰ ਹੀ ਹੈ। ਜਿੰਨੇ ਮੈਨੂੰ ਪਿਛਲੇ 3-4 ਦਿਨਾਂ 'ਚ ਫੋਨ ਕਾਲ ਆਏ ਹੈ, ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਸਮੱਸਿਆ ਬਹੁਤ ਜ਼ਿਆਦਾ ਹੈ ਵੀ ਮੱਝਾਂ ਵੀ ਨਹੀਂ ਰਹਿੰਦੀਆਂ ਔਰ ਗਾਵਾਂ ਵੀ ਨਹੀਂ ਰਹਿੰਦੀਆਂ। ਪਿਛਲੀ ਵਾਰੀ ਆਪਾਂ ਝੋਟੀਆਂ ਅਤੇ ਬੈੜੀਆਂ ਦੀ ਗੱਲ ਕੀਤੀ ਸੀ। ਹੁਣ ਆਪਾਂ ਗੱਲ ਕਰਾਂਗੇ ਵੀ ਜਦੋਂ ਸਾਡੀ ਮੱਝ ਗਾਂ ਸੂ ਪੈਂਦੀ ਹੈ, ਸੂਣ ਤੋਂ ਬਾਅਦ ਜਿਹੜੇ ਪਸ਼ੂ ਜਾਂ ਹੀਟ 'ਚ ਨਹੀਂ ਆਉਂਦੇ ਹੈਗੇ ਅਤੇ ਜਾਂ ਰਹਿੰਦੇ ਨਹੀਂ ਹੈਗੇ, ਇੱਕ ਬਹੁਤ ਵੱਡਾ ਮਸਲਾ ਹੈ। ਇਹਨੂੰ ਬਰੀਕੀ ਨਾਲ ਸਮਝੇ ਬਿਨਾਂ ਇਹਦਾ ਹੱਲ ਕਰਨਾ ਸੰਭਵ ਨਹੀਂ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸੂੰਗਾ ਵੀ ਜਿਹੜੇ ਇਹ ਮਸਲੇ ਨੇ ਵੀ ਐਨਈਸਟਸ ਜਾਂ ਰਿਪੀਟ ਬਰੀਡਿੰਗ ਦੇ, ਜਾਂ ਜਿਹਨੂੰ ਅਸੀਂ ਕਹਿੰਦੇ ਵੀ ਪਸ਼ੂ ਬੋਲਦੇ ਨਹੀਂ ਜਾਂ ਠਹਿਰਦੇ ਨਹੀਂ ਹੈਗੇ, ਦੇਖੋ ਸਾਰੇ ਮਸਲਿਆਂ ਦਾ ਹੱਲ ਸੰਤੁਲਿਤ ਅਤੇ ਸ਼ੁੱਧ ਖੁਰਾਕ ਹੀ ਹੈ। ਦਵਾਈਆਂ ਨਾਲ ਇਹ ਮਸਲੇ ਕਦੇ ਹੱਲ ਨਹੀਂ ਹੋਣੇ ਹੈਗੇ। ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਸਾਡੇ ਘਰ ਦੇ ਵਿੱਚ ਬਾਰ-ਬਾਰ ਸਮੱਸਿਆ ਆ ਰਹੀ ਹੈ ਤਾਂ ਸਾਨੂੰ ਆਪਣੀ ਖੁਰਾਕ ਸੰਤੁਲਿਤ ਵੀ ਕਰਨੀ ਪਊਗੀ, ਸ਼ੁੱਧ ਵੀ ਕਰਨੀ ਪਊਗੀ। ਦੇਖੋ, ਅਸੀਂ ਦੇਖਿਆ ਵੀ ਪਿਛਲੇ ਦਿਨਾਂ 'ਚ ਬੜੀ ਕੁਛ ਮੰਦਭਾਗੀ ਘਟਨਾਵਾਂ ਹੋਈਆਂ ਅਤੇ ਖੰਨੇ ਦੇ ਨੇੜੇ ਜੋ ਹੋਇਆ ਹੈਗਾ, ਹਾਲਾਂਕਿ ਉਹਦਾ ਕਾਰਨ ਤਾਂ ਨਹੀਂ ਲੱਭਿਆ ਜਾ ਰਿਹਾ, ਪਰ ਫਿਰ ਵੀ ਮੈਂ ਕਹੂੰਗਾ ਵੀ ਜਿਹੜੀ ਖੁਰਾਕ ਹੈ ਇਹਦੇ ਬਾਰੇ ਸਾਨੂੰ ਹੋਰ ਜ਼ਿਆਦਾ ਸੰਜੀਦਾ ਹੋਣ ਦੀ ਲੋੜ ਹੈ। ਔਰ ਮੈਂ ਹਮੇਸ਼ਾ ਕਹਿਣਾ ਵੀ ਖੁਰਾਕ ਨੂੰ ਜਦੋਂ ਅਸੀਂ ਸੰਤੁਲਿਤ ਕਰਨਾ ਹੈ, ਜਿੰਨਾ ਜ਼ੋਰ ਅਸੀਂ ਖੁਰਾਕ ਨੂੰ ਸੰਤੁਲਿਤ ਕਰਨ 'ਤੇ ਲਾਉਣਾ ਹੈ, ਓਨਾ ਹੀ ਖੁਰਾਕ ਨੂੰ ਸ਼ੁੱਧ ਕਰਨ 'ਤੇ ਵੀ ਲਾਉਣਾ, ਕਿਉਂਕਿ ਆਪਾਂ ਇਹਨੂੰ 4-5 ਵਿਸ਼ਿਆਂ 'ਚ 4-5 ਹਿੱਸਿਆਂ 'ਚ ਇਹਨੂੰ ਵੰਡ ਕੇ ਇਹਦੇ ਬਾਰੇ ਗੱਲ ਕਰਾਂਗੇ। ਦੇਖੋ, ਸਭ ਤੋਂ ਪਹਿਲੀ ਗੱਲ ਹੈ, ਜੇ ਅਸੀਂ ਖੁਰਾਕ ਦੀ ਸ਼ੁਰੂਆਤ ਕਰੀਏ ਤਾਂ ਖੁਰਾਕ ਦੀ ਸ਼ੁਰੂਆਤ ਹੈ ਜਿਹੜੀ ਪਸ਼ੂ ਦੀ, ਉਹ ਸੂਣ ਤੋਂ 2-2.5 ਮਹੀਨੇ ਪਹਿਲਾਂ ਹੋਣੀ ਚਾਹੀਦੀ ਹੈ। ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਪਸ਼ੂ ਸਹੀ ਸੂਵੇ ਅਤੇ ਸਹੀ ਦੁਬਾਰਾ ਅਗਲਾ ਸੂਆ ਦੇਵੇ, ਮਤਲਬ ਕਿ ਅਸੀਂ ਕਹਿਣਾ ਵੀ ਜਿਹੜਾ ਪਸ਼ੂ ਹੈ ਜੇ ਲਾਹੇਵੰਦ ਹੋਣਾ ਚਾਹੀਦਾ ਹੈ ਪਸ਼ੂ ਉਦੋਂ, ਜਾਂ ਲਾਹੇਵੰਦ ਹੁੰਦਾ ਉਦੋਂ ਜਦੋਂ ਉਹ ਹਰ ਸਾਲ ਇੱਕ ਸੂਆ ਦਿੰਦਾ। ਔਰ ਹਰ ਸੂਆ ਲੈਣ ਵਾਸਤੇ ਜਦੋਂ ਸਾਡਾ ਪਸ਼ੂ ਗੱਭਣ ਹੈ, ਡਰਾਈ ਹੋ ਗਿਆ, ਮੈਂ ਪਿਛਲੇ ਵਾਰੀ ਵੀ ਦੱਸਿਆ ਸੀ ਵੀ ਡਰਾਈ ਪੀਰੀਅਡ 'ਚ 40 ਦਿਨ ਪਸ਼ੂ ਨੂੰ ਤੁਸੀਂ ਵਧੀਆ ਕੁਆਲਿਟੀ ਦੀ ਡਰਾਈ ਫੀਡ ਦੇਣੀ ਹੈ ਔਰ 20 ਦਿਨ ਪਸ਼ੂ ਨੂੰ ਵਧੀਆ ਕੁਆਲਿਟੀ ਦੀ ਟ੍ਰਾਂਜੀਸ਼ਨ ਫੀਡ ਦੇਣੀ ਹੈ। ਸਾਡੇ ਮੈਂ ਦੇਖਿਆ ਪਸ਼ੂ ਪਾਲਕ ਕਈ ਵਾਰੀ ਮੈਂ ਦੇਖਿਆ ਮਹੀਨਾ ਪਹਿਲਾਂ ਹੀ ਟ੍ਰਾਂਜੀਸ਼ਨ ਫੀਡ ਸ਼ੁਰੂ ਕਰ ਲੈਂਦੇ ਹੈ। ਦੇਖੋ, ਅਸੀਂ ਆਪਦਾ ਫਾਇਦਾ ਵੀ ਦੇਖਣਾ ਹੈ, ਪਸ਼ੂ ਦਾ ਫਾਇਦਾ ਵੀ ਦੇਖਣਾ ਔਰ ਆਪਣੀ ਜੇਬ ਵੀ ਦੇਖਣੀ ਹੈ। ਟ੍ਰਾਂਜੀਸ਼ਨ ਫੀਡ ਹੈ ਜਿਹੜੀ, ਜੇ ਅਸੀਂ 20 ਦਿਨ ਪਹਿਲਾਂ ਦੇਣੀ ਸ਼ੁਰੂ ਕਰ ਦਈਏ, ਔਰ ਜਿਵੇਂ ਪਸ਼ੂਆਂ ਦਾ ਵਜ਼ਨ ਹੈ, ਪਸ਼ੂਆਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ 4 ਤੋਂ 5 ਕਿਲੋ ਜੇ ਅਸੀਂ ਰੋਜ਼ ਦੀ ਦਿੰਦੇ ਹਾਂ ਤਾਂ 20 ਦਿਨਾਂ 'ਚ 2 ਥੈਲੇ ਖਾਣੇ ਆ ਪਸ਼ੂ ਨੇ। ਔਰ ਇਹਦਾ ਮੇਨ ਫਾਇਦਾ ਇਹ ਹੁੰਦਾ ਹੈ ਕਿਉਂਕਿ ਜਿਹੜੀ ਟ੍ਰਾਂਜੀਸ਼ਨ ਫੀਡ ਹੈ ਉਹੀ ਸਹੀ ਮਾਨੇ 'ਚ ਇਹ ਗੱਲ ਦਾ ਫੈਸਲਾ ਕਰਦੀ ਹੈ ਵੀ ਪਸ਼ੂ ਅਗਲੇ ਸੂਏ 'ਚ ਕਿੰਨੀ ਜਲਦੀ ਤਿਆਰ ਹੋਏਗਾ। ਸੋ ਇਸ ਕਰਕੇ ਅਗਲੇ ਸੂਏ ਦੀ ਤਿਆਰੀ ਸੂਣ ਤੋਂ ਪਹਿਲਾਂ ਹੀ ਕਰਨੀ ਚਾਹੀਦੀ ਹੈ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਡਰਾਈ ਫੀਡ ਅਤੇ ਟ੍ਰਾਂਜੀਸ਼ਨ ਫੀਡ ਹਰ ਜਗ੍ਹਾ 'ਤੇ ਉਪਲਬਧ ਨੇ, ਚੰਗੀਆਂ ਕੰਪਨੀਆਂ ਦੀਆਂ। ਤੁਸੀਂ ਆਪਣਾ ਫਾਰਮੂਲਾ ਵੀ ਬਣਵਾ ਸਕਦੇ ਹੋ ਪਸ਼ੂ ਪਾਲਣ ਵਿਭਾਗ ਦੇ ਮਾਹਰ ਨਾਲ ਜਾਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਮਾਹਰ ਤੋਂ। ਪਰ ਇਹ ਤੁਸੀਂ ਗੱਲ ਯਾਦ ਰੱਖਣੀ ਹੈ ਵੀ ਤੁਸੀਂ, ਜੇ ਤੁਹਾਡੇ ਕੋਲ 1 ਜਾਂ 2 ਪਸ਼ੂ ਨੇ, 3 ਪਸ਼ੂ ਨੇ ਆਮ ਤੌਰ 'ਤੇ ਸੂਣ ਵਾਲੇ ਜਾਂ ਸੂਣ ਤੋਂ ਪਹਿਲਾਂ ਜਿਹੜੇ ਹੈਗੇ, ਤਾਂ ਤੁਸੀਂ ਵਧੀਆ ਕੁਆਲਿਟੀ ਦੀ ਫੀਡ ਨਾਲ ਵੀ ਕੰਮ ਚਲਾ ਸਕਦੇ ਹੋ। ਕੋਈ ਐਡੀ ਗੱਲ ਨਹੀਂ, ਕਿਉਂਕਿ 2-3-4 ਥੈਲਿਆਂ ਤੋਂ ਵੱਧ ਇਹਦੀ ਜ਼ਰੂਰਤ ਨਹੀਂ ਹੁੰਦੀ। ਜੇ ਅਸੀਂ ਲਾਈਏ ਤਾਂ 2 ਥੈਲੇ ਪਸ਼ੂ ਨੇ, 2 ਜਾਂ 3 ਥੈਲੇ ਪਸ਼ੂ ਨੇ ਡਰਾਈ ਫੀਡ ਦੇ ਖਾਣੇ ਹੁੰਦੇ ਆ ਔਰ 2 ਥੈਲੇ ਵੱਧ ਤੋਂ ਵੱਧ ਖਾਣੇ ਹੁੰਦੇ ਆ ਟ੍ਰਾਂਜੀਸ਼ਨ ਫੀਡ ਦੇ। ਟ੍ਰਾਂਜੀਸ਼ਨ ਫੀਡ ਨੂੰ ਕਲੋਜ਼ ਅਪ ਫੀਡ ਵੀ ਕਿਹਾ ਜਾਂਦਾ ਹੈਗਾ। ਔਰ ਦੂਜੀ ਗੱਲ ਅਸੀਂ ਇਹ ਧਿਆਨ ਰੱਖਣੀ ਹੈ ਵੀ ਜਿਹੜੀ ਟ੍ਰਾਂਜੀਸ਼ਨ ਫੀਡ ਜਾਂ ਡਰਾਈ ਫੀਡ ਜਦੋਂ ਅਸੀਂ ਦੇਣੀ ਹੁੰਦੀ ਹੈ ਤਾਂ ਸਾਨੂੰ ਤੇਲ, ਘਿਓ, ਕੈਲਸ਼ੀਅਮ ਜਿਹੜਾ ਹੈਗਾ, ਕੈਲਸ਼ੀਅਮ ਕਿਸੇ ਵੀ ਤਰੀਕੇ ਨਾਲ, ਮਤਲਬ ਕਿ ਜਿਵੇਂ ਕੇਨੀਆਂ ਆਉਂਦੀਆਂ ਜਾਂ ਕੈਲਸ਼ੀਅਮ ਦੇ ਟੀਕੇ ਹੈ, ਇਹ ਦੇਣ ਦੀ ਲੋੜ ਨਹੀਂ ਹੁੰਦੀ। ਇਹਦੇ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਹੀ ਹੁੰਦਾ ਹੈ। ਅੱਜ ਵੀ ਦੇਖੋ, ਜਿਹੜਾ ਕੈਲਸ਼ੀਅਮ ਹੈ ਸਾਡੇ ਪੰਜਾਬ ਦੇ ਵਿੱਚ, ਜਿਹੜੇ ਕੈਲਸ਼ੀਅਮ ਦੀਆਂ ਢੋਲੀਆਂ ਨੇ, ਇਹ ਕਰੋੜਾਂ ਰੁਪਏ ਦੀ ਮਾਰਕੀਟ ਬਣ ਚੁੱਕੀ ਹੈ। ਕਰੋੜਾਂ ਰੁਪਏ ਦੀ ਇੱਕ ਕੰਪਨੀ ਕਰੋੜਾਂ ਰੁਪਏ ਦਾ ਕੈਲਸ਼ੀਅਮ ਵੇਚ ਰਹੀ ਹੈ।
ਔਰ ਅੱਜ ਵੀ ਜੇ ਅਸੀਂ ਇਹਦੇ ਬਾਰੇ ਜਾਗਰੂਕ ਨਾ ਹੋਏ, ਜਿਵੇਂ ਅੱਜ ਡੇਅਰੀ ਸੈਕਟਰ ਦੇ ਹਾਲਾਤ ਹੈ, ਜਿਵੇਂ ਅੱਜ ਸਾਰਾ ਡੇਅਰੀ ਸੈਕਟਰ ਦੇ ਵਿੱਚ ਸਮੱਸਿਆਵਾਂ ਆ ਰਹੀਆਂ, ਇੱਕ ਵਾਰੀ ਫਿਰ 2017 ਵਾਲਾ ਸਮਾਂ ਯਾਦ ਆ ਰਿਹਾ ਲੋਕਾਂ ਨੂੰ। ਉਹ ਇਸ ਕਰਕੇ ਵੀ ਅਸੀਂ ਦੇਖੋ ਦੁੱਧ ਦੇ ਰੇਟ ਮਾਰਕੀਟ 'ਚ ਘਟੇ, ਪੇਮੈਂਟਾਂ ਦੀ ਸਮੱਸਿਆ ਆ ਰਹੀ ਹੈ, ਬਿਲਕੁਲ ਇਹ ਬਿਲਕੁਲ ਜਿਹੜੀ ਹੈਗੀ ਜ਼ਮੀਨੀ ਹਕੀਕਤ ਹੈ। ਪਰ ਗੱਲ ਹੈ ਵੀ ਜਿਹੜਾ ਕੁਝ ਸਾਡੇ ਹੱਥ 'ਚ ਹੈ, ਮੰਨ ਲਓ ਦੁੱਧ ਦਾ ਰੇਟ ਸਾਡੇ ਹੱਥ 'ਚ ਨਹੀਂ ਹੈਗਾ, ਤਾਂ ਅਸੀਂ ਦਵਾਈਆਂ ਦਾ ਖਰਚਾ ਅਤੇ ਬਿਨਾਂ ਮਤਲਬ ਦੇ ਜਿਹੜੇ ਅਸੀਂ ਇਹ ਢੋਲੀਆਂ ਪਿਆਉਂਦੇ ਹਾਂ, ਭਾਵੇਂ ਕੈਲਸ਼ੀਅਮ ਦੀਆਂ ਹੋ ਗਈਆਂ, ਭਾਵੇਂ ਚੱਡਾ ਬਣਾਉਣ ਵਾਲੀਆਂ, ਜੇ ਅਸੀਂ ਇਹ ਬੰਦ ਨਹੀਂ ਕਰਾਂਗੇ ਤਾਂ ਦੇਖੋ ਪੈਸੇ ਤਾਂ ਅਸੀਂ ਸਾਰੇ ਇੱਥੇ ਹੀ ਖਰਾਬ ਕਰ ਲੈਣੇ ਆ। ਮੁੜ ਕੇ ਜਿਹੜੀ ਸਹੀ ਖੁਰਾਕ ਹੈ ਉਹਦੇ ਜੋਗੇ ਸਾਡੇ ਕੋਲ ਪੈਸੇ ਬਚਣੇ ਕਿੱਥੋਂ ਹੈ। ਜਦੋਂ ਪਸ਼ੂ ਪਾਲਕ ਸਾਡੇ ਆਮ ਤੌਰ 'ਤੇ ਮੇਲਿਆਂ 'ਚ ਜਾਂਦੇ ਹੈ ਜਾਂ ਮੰਡੀਆਂ 'ਚ ਜਾਂਦੇ ਆ, ਪਸ਼ੂ ਮੰਡੀਆਂ ਦੇ ਵਿੱਚ ਜਾਂ ਦੁਕਾਨਾਂ 'ਤੇ ਜਾਂਦੇ ਆ ਜਾਂ ਪਿੰਡੋਂ ਸ਼ਹਿਰ ਜਾਂਦੇ ਹੈ, ਤਾਂ ਸੂਣ ਵਾਲੀ ਮੱਝਾਂ ਵਾਸਤੇ ਲੋਕ ਆਮ ਹੀ ਕੈਲਸ਼ੀਅਮ ਦੇ ਢੋਲੀਆਂ ਚੱਕ ਲਿਆਉਂਦੇ ਆ। ਹੁਣ ਜੇ ਤੁਸੀਂ 1000 ਰੁਪਏ ਦਾ ਉਹਨੂੰ ਕੈਲਸ਼ੀਅਮ ਜਾਂ 1000 ਰੁਪਏ ਦੀ ਵਿਟਾਮਿਨ ਐਚ ਵਾਲੀਆਂ ਢੋਲੀਆਂ ਹੀ ਦੇਈ ਜਾਓਗੇ, ਤਾਂ ਤੁਸੀਂ ਇਹ ਸੋਚੋ ਵੀ ਸੰਤੁਲਿਤ ਖੁਰਾਕ ਵਾਸਤੇ ਸਾਡੇ ਕੋਲ ਕਿੱਥੋਂ ਪੈਸੇ ਰਹਿ ਜਾਣਗੇ। ਔਰ ਉਹੀ ਤੁਸੀਂ ਇਹ ਦੇਖੋ, ਜੇ ਤੁਸੀਂ ਉਹਨੂੰ 3200 ਰੁਪਏ ਦੀ, ਮਤਲਬ ਕਿ ਜੇ ਅਸੀਂ 20 ਦਿਨਾਂ 'ਚ ਟ੍ਰਾਂਜੀਸ਼ਨ ਫੀਡ ਦਿੰਦੇ ਹਾਂ, ਪਹਿਲੀ ਗੱਲ ਤਾਂ ਇਹ ਸਾਰੀਆਂ ਢੋਲੀਆਂ ਤੋਂ ਸਾਡਾ ਛੁਟਕਾਰਾ ਹੋ ਜਾਊਗਾ। ਦੂਜੇ ਨੰਬਰ 'ਤੇ ਕੀ ਹੈ ਵੀ ਇਹ ਚੀਜ਼ਾਂ ਦਾ ਫਾਇਦੇ ਦੀ ਜਗ੍ਹਾ 'ਤੇ ਨੁਕਸਾਨ ਹੀ ਹੈ। ਔਰ ਜੇ ਅਸੀਂ ਸੰਤੁਲਿਤ ਅਤੇ ਸ਼ੁੱਧ ਖੁਰਾਕ ਦੇਵਾਂਗੇ, ਉਹਦੇ ਨਾਲ ਜਿਹੜਾ ਹੈਗਾ ਪਸ਼ੂ ਦੀਆਂ ਸੂਣ ਤੋਂ ਬਾਅਦ ਜਿਹੜੀਆਂ ਸਮੱਸਿਆਵਾਂ ਨੇ ਉਹ ਘੱਟ ਜਾਣਗੀਆਂ। ਔਰ ਜੇ ਤੁਹਾਡਾ ਪਸ਼ੂ ਸਹੀ ਸੂੰਦਾ ਹੈ ਤਾਂ ਹੀ ਉਹ ਅਗਲੇ ਸੂਏ ਵਾਸਤੇ ਜਲਦੀ ਤਿਆਰ ਹੁੰਦਾ ਹੈਗਾ। ਸੋ ਇਸ ਕਰਕੇ ਇਹ ਵਿਸ਼ੇ ਬਾਰੇ ਆਪਾਂ ਬਹੁਤ ਵਿਸਥਾਰ 'ਚ ਅੱਡ ਵੀ ਗੱਲ ਕਰਾਂਗੇ, ਡਰਾਈ ਪੀਰੀਅਡ ਅਤੇ ਟ੍ਰਾਂਜੀਸ਼ਨ ਪੀਰੀਅਡ ਬਾਰੇ। ਅੱਜ ਆਪਾਂ ਉਸੇ ਵਿਸ਼ੇ 'ਤੇ ਰਹਿਣਾ ਜਿਹੜਾ ਆਪਾਂ ਸ਼ੁਰੂ ਕੀਤਾ ਵੀ ਜਿਹੜੀ ਹੈਗੀ ਰਿਪੀਟ ਬਰੀਡਿੰਗ ਦੀ ਸਮੱਸਿਆ ਜਿਹੜੀ, ਜਾਂ ਨਾ ਬੋਲਣ ਦੀ ਸਮੱਸਿਆ। ਹੁਣ ਦੇਖੋ ਪਹਿਲੀ ਗੱਲ ਇਹ ਹੈ ਵੀ ਜਦੋਂ ਤੁਹਾਡਾ ਪਸ਼ੂ ਸੂ ਪੈਂਦਾ, ਤੁਸੀਂ ਇਹ ਗੱਲ ਧਿਆਨ ਰੱਖਣੀ ਹੈ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਇਹ ਕਹਿੰਦੇ ਵੀ ਬੋਲਾ ਕੱਢਣਾ ਚਾਹੀਦਾ, ਕਿਉਂਕਿ ਬੋਲਾ ਕੱਢਣ ਨਾਲ ਜੇਰ ਬਹੁਤ ਜਲਦੀ ਪੈ ਜਾਂਦੀ ਹੈ। ਕਈ ਲੋਕ ਜੇਰ ਨੂੰ ਉਡੀਕਦੇ ਰਹਿੰਦੇ, ਕਈ ਘੰਟੇ ਬੋਲਾ ਕੱਢਦੇ ਹੀ ਨਹੀਂ ਹੈਗੇ। ਬੋਲਾ ਕੱਢਣ ਨਾਲ ਜੇਰ, ਜਿੰਨੀ ਜਲਦੀ ਬੋਲਾ ਕੱਢੋਗੇ ਉਨੀ ਜਲਦੀ ਜੇਰ ਪਏਗੀ। ਔਰ ਜਿੰਨੀ ਜਲਦੀ ਜੇਰ ਪਏਗੀ, ਤੁਸੀਂ ਇਹ ਮੰਨ ਲਓ ਵੀ ਸੂਣ ਤੋਂ ਬਾਅਦ ਸਹੀ ਜੇਰ ਪੈਣਾ ਸਾਡੀਆਂ 90% ਸਮੱਸਿਆਵਾਂ ਦਾ ਹੱਲ ਹੈ। ਜਾਂ ਫਿਰ ਜੇ ਸੂਣ ਤੋਂ ਬਾਅਦ ਜੇਰ ਨਹੀਂ ਪਈ, ਤੁਸੀਂ ਮੰਨ ਕੇ ਚੱਲੋ ਵੀ ਤੁਹਾਡੀਆਂ 90% ਸਮੱਸਿਆਵਾਂ ਆਉਣ ਵਾਲੇ ਸਮੇਂ 'ਚ ਖੜੀਆਂ ਹੋ ਗਈਆਂ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਕੀ ਹੁੰਦੀ ਹੈ, ਦੇਖੋ ਵਧੀਆ ਮੱਝਾਂ ਅਤੇ ਵਧੀਆ ਗਾਵਾਂ ਦੇ ਵਿੱਚ ਜਿਹੜੀ ਸੂਣ ਤੋਂ ਬਾਅਦ ਸਮੱਸਿਆ ਆਉਂਦੀ ਹੈ, ਮੇਨ ਸਮੱਸਿਆ ਕੀ ਆਉਂਦੀ ਹੈ ਵੀ ਦੇਖੋ 20 ਤੋਂ 25 ਦਿਨ ਤੱਕ ਪਸ਼ੂ ਦੀ ਭੁੱਖ ਹੈ ਜਿਹੜੀ ਉਹ ਬਹੁਤ ਜ਼ਿਆਦਾ ਘਟੀ ਹੁੰਦੀ ਹੈ। ਔਰ ਦੂਜੀ ਗੱਲ ਹੈ, ਪਸ਼ੂ ਦਾ ਦੁੱਧ ਬੜੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ, ਖਾਸ ਕਰਕੇ ਜਦੋਂ ਮੌਸਮ ਸਹੀ ਹੁੰਦਾ ਹੈਗਾ। ਅੱਗੇ ਜਿਵੇਂ ਜਾ ਕੇ ਅਕਤੂਬਰ 'ਚ ਮੌਸਮ ਸਹੀ ਹੋ ਜਾਂਦਾ, ਉਸ ਵੇਲੇ ਕੀ ਹੁੰਦਾ ਹੈ ਵੀ ਜਿਹੜਾ ਪਸ਼ੂ ਹੈ ਖੁਰਦਾ ਬਹੁਤ ਤੇਜ਼ੀ ਨਾਲ ਹੈ। ਔਰ ਜਿਹੜਾ ਪਸ਼ੂ ਤੁਹਾਡਾ ਤੇਜ਼ੀ ਨਾਲ ਖੁਰੇਗਾ ਉਹ ਪਸ਼ੂ ਤੁਹਾਡਾ ਕਦੇ ਗੱਭਣ ਦੁਆਰਾ ਨਹੀਂ ਹੋਏਗਾ, ਉਹ ਜਲਦੀ ਹੀਟ 'ਚ ਨਹੀਂ ਆਏਗਾ। ਸੋ ਇਸ ਕਰਕੇ ਧਿਆਨ ਰੱਖਣਾ ਸੀ, ਸੂਣ ਤੋਂ ਬਾਅਦ ਪਸ਼ੂ ਨੂੰ ਰੱਜ ਕੇ ਖੁਰਾਕ ਦੇਣੀ ਹੈ। ਔਰ 24 ਘੰਟੇ ਸੰਤੁਲਿਤ ਅਤੇ ਸ਼ੁੱਧ ਖੁਰਾਕ ਉਹਦੇ ਮੂਹਰੇ ਪਈ ਰਹਿਣੀ ਚਾਹੀਦੀ ਹੈ, ਕਿਉਂਕਿ ਇਹ ਪਸ਼ੂ ਜਿਹੜੇ ਹੁੰਦੇ ਆ, ਅਸੀਂ ਵਿਗਿਆਨਕ ਭਾਸ਼ਾ 'ਚ ਕਹਿੰਦੇ ਹਾਂ ਸਲੋ ਈਟਰਜ਼ ਹੁੰਦੇ ਆ, ਹੌਲੀ ਹੌਲੀ ਖਾਣ ਵਾਲੇ ਹੁੰਦੇ ਆ। ਅੰਦਰੋਂ ਵੀ ਇਹਨਾਂ ਦੀ ਭੁੱਖ ਘੱਟ ਹੁੰਦੀ ਹੈ, ਕਿਉਂਕਿ ਅੱਜ ਮੈਂ ਜਦੋਂ ਦੇਖਦਾ ਤਾਜ਼ੇ ਸੂਏ ਪਸ਼ੂਆਂ ਦੇ ਵਿੱਚ ਜਿਹੜਾ ਇਹ ਨੈਗੇਟਿਵ ਐਨਰਜੀ ਬੈਲੈਂਸ ਹੈ, ਜਾਂ ਜਿਹਨੂੰ ਅਸੀਂ ਕੀਟੋਸਿਸ ਕਹਿ ਦਿੰਦੇ ਹਾਂ, ਜਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਸ਼ੂਗਰ ਲੈਵਲ ਪਸ਼ੂ ਦਾ ਘਟਦਾ ਹੈ, ਇਹ ਦੋ ਤਰੀਕੇ ਨਾਲ ਪਸ਼ੂ ਨੂੰ ਖਰਾਬ ਕਰਦਾ। ਪਹਿਲੀ ਗੱਲ ਹੈ ਪਸ਼ੂ ਦਾ ਵਜ਼ਨ ਬਹੁਤ ਘਟ ਜਾਂਦਾ ਹੈ। ਦੂਜੀ ਗੱਲ ਇਹ ਹੈ ਵੀ ਜਦੋਂ ਪਸ਼ੂ ਦਾ ਵਜ਼ਨ ਘਟ ਗਿਆ ਪਸ਼ੂ ਨੇ ਹੀਟ 'ਚ ਨਹੀਂ ਆਉਣਾ ਹੈਗਾ। ਤੀਜੀ ਗੱਲ ਇਹ ਹੈ ਵੀ ਜਦੋਂ ਪਸ਼ੂ ਦਾ ਵਜ਼ਨ ਘਟ ਗਿਆ, ਪਹਿਲੇ 45-50 ਦਿਨ 'ਚ, 1.5-2 ਮਹੀਨੇ 'ਚ, 1.5 ਤੋਂ 2 ਮਹੀਨੇ ਬਾਅਦ ਜਾਂ 50-55 ਦਿਨ 'ਤੇ ਪਸ਼ੂ ਨੇ ਦੁੱਧ ਆਪਣਾ ਪੀਕ 'ਤੇ ਜਾਣਾ ਹੁੰਦਾ, ਮਤਲਬ ਕਿ ਵੱਧ ਤੋਂ ਵੱਧ ਦੁੱਧ ਉਹਨੇ ਆਪਣਾ 50-55 ਦਿਨ 'ਤੇ ਆਪਣਾ ਲੈ ਕੇ ਜਾਣਾ ਹੁੰਦਾ, ਕਿਉਂਕਿ 50-55 ਦਿਨ 'ਤੇ ਪਸ਼ੂ ਦੀ ਜਿਹੜੀ ਬੱਚੇਦਾਨੀ ਹੈ ਉਹਦਾ ਸਾਈਜ਼ ਨੋਰਮਲ ਹੋ ਜਾਂਦਾ ਹੈ। ਔਰ ਸਾਈਜ਼ ਨੋਰਮਲ ਹੋਣ ਤੋਂ ਦੁੱਧ ਵਧਣਾ ਸ਼ੁਰੂ ਹੋ ਜਾਂਦਾ। ਔਰ ਅਸੀਂ ਇਹ ਕਹਿੰਦੇ ਹਾਂ ਘੱਟੋ ਘੱਟ 2 ਮਹੀਨੇ ਤੱਕ ਪਸ਼ੂ ਨੂੰ ਆਪਣੀ ਪੀਕ 'ਤੇ ਰਹਿਣਾ ਚਾਹੀਦਾ। ਇਸ ਕਰਕੇ ਅਸੀਂ ਸੂਣ ਤੋਂ ਬਾਅਦ ਤੁਰੰਤ ਇਹ ਗੱਲ ਦਾ ਧਿਆਨ ਰੱਖਣਾ ਹੈ ਵੀ ਪਸ਼ੂ ਦਾ ਵਜ਼ਨ ਨਾ ਘਟੇ। ਉਹਦੇ ਵਾਸਤੇ ਰੱਜਵੀਂ ਵਧੀਆ ਕੁਆਲਿਟੀ ਦੀ ਸੰਤੁਲਿਤ ਖੁਰਾਕ ਤੁਸੀਂ 24 ਘੰਟੇ ਪਸ਼ੂ ਦੇ ਅੱਗੇ ਪਈ ਰਹਿਣੀ ਚਾਹੀਦੀ ਹੈ। ਇਹ ਸਭ ਤੋਂ ਜ਼ਰੂਰੀ ਹੈ। ਹਰ ਵੇਲੇ ਪਸ਼ੂ ਦੀ ਖੁਰਲੀ ਪੱਠਿਆਂ ਨਾਲ, ਫੀਡ ਨਾਲ ਭਰੀ ਰਹਿਣੀ ਚਾਹੀਦੀ ਹੈ। ਦਿਨ 'ਚ 3 ਵਾਰੀ 4 ਵਾਰੀ ਪੱਠੇ ਪਾਓ। ਦੂਜਾ, ਜਿਹੜਾ ਤਾਜ਼ੀਆਂ ਸੂਈਆਂ ਗਾਵਾਂ ਹੁੰਦੀਆਂ, ਖਾਸ ਕਰਕੇ ਵਧੀਆ ਗਾਵਾਂ, ਉਹ ਉੱਠ ਕੇ ਜਲਦੀ ਖੁਰਲੀ ਤੱਕ ਨਹੀਂ ਜਾਂਦੀਆਂ।
ਸੋ ਉਹਨਾਂ ਨੂੰ ਠਾਉਣ ਵਾਸਤੇ, ਖੁਰਲੀ 'ਤੇ ਲੈ ਕੇ ਜਾਣ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਖੁਰਲੀ 'ਚ ਜਾ ਕੇ ਥੋੜ੍ਹਾ ਜਿਹਾ ਹੱਥ ਵੀ ਫੇਰ ਦਿਓ ਤਾਂ ਗਾਵਾਂ ਉੱਠ ਕੇ ਆ ਜਾਂਦੀਆਂ। ਦੂਜੀ ਗੱਲ, ਕੈਲਸ਼ੀਅਮ ਦੀ ਘਾਟ ਦੇ ਨਾਲ ਵੀ ਕਈ ਵਾਰੀ ਗਾਵਾਂ ਨਹੀਂ ਉੱਠਦੀਆਂ। ਊਰਜਾ ਦੀ ਘਾਟ ਤਾਂ ਹੈ ਹੀ ਹੈ। ਸੋ ਸੂਣ ਵਾਲੇ ਪਸ਼ੂਆਂ ਦਾ ਜਿਹੜਾ ਕੈਲਸ਼ੀਅਮ ਲੈਵਲ ਹੈ ਉਹ ਸਹੀ ਰੱਖਣਾ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਤੁਸੀਂ ਮਾਹਰ ਦੀ ਸਲਾਹ ਨਾਲ ਇੰਟਰਾਵੀਨਸ ਕੈਲਸ਼ੀਅਮ ਦੀਆਂ ਬੋਤਲਾਂ ਲਵਾ ਸਕਦੇ ਹੋ। ਬਹੁਤ ਹੀ ਵਧੀਆ, ਖੁਰਾਕ ਰਾਹੀਂ ਤਾਂ ਪੂਰਾ ਕਰਨਾ ਹੀ ਹੈ, ਪਰ ਜਦੋਂ ਐਮਰਜੈਂਸੀ ਹੈ ਤਾਂ ਇੰਟਰਾਵੀਨਸ ਕੈਲਸ਼ੀਅਮ ਦੀਆਂ ਬੋਤਲਾਂ ਚੰਗੇ ਬ੍ਰਾਂਡ ਬਹੁਤ ਸਾਰੇ ਉਪਲਬਧ ਨੇ, ਉਹ ਤੁਸੀਂ ਨਾੜ 'ਚ ਲਵਾ ਸਕਦੇ ਹੋ। ਉਹਦਾ ਬਹੁਤ ਵੱਡਾ ਫਾਇਦਾ ਹੈ, ਕਿਉਂਕਿ ਮੇਨ ਤੁਸੀਂ ਇਹ ਧਿਆਨ ਰੱਖਣਾ ਵੀ ਪਸ਼ੂ ਤੁਹਾਡਾ ਉੱਠ ਕੇ ਖੁਰਲੀ ਤੱਕ ਜਾਵੇ। ਦੂਜੀ ਗੱਲ, ਇਹ ਧਿਆਨ ਰੱਖਣਾ ਵੀ ਇਸ ਸਮੇਂ 'ਤੇ ਪਸ਼ੂ ਨੂੰ ਲੰਗੜਾਪਨ ਤਾਂ ਨਹੀਂ ਹੈਗਾ, ਪਸ਼ੂ ਦੇ ਖੁਰ ਸਾਫ਼ ਨੇ। ਜੇ ਪਸ਼ੂ ਨੂੰ ਲੰਗੜਾ ਪਾਉਣਾ ਹੈ ਤਾਂ ਪਸ਼ੂ ਉੱਠ ਕੇ ਜੇ ਖੜਾ ਵੀ ਹੋ ਜਾਏਗਾ ਤਾਂ ਤੁਰਨ 'ਚ ਬੜਾ ਟਾਈਮ ਲਾਉਂਦਾ। ਪਸ਼ੂ ਤੁਰ ਕੇ ਖੁਰਲੀ ਤੱਕ ਪਹੁੰਚਦਾ ਹੀ ਨਹੀਂ ਹੈਗਾ। ਔਰ ਅਸੀਂ ਕਈ ਵਾਰੀ ਦੇਖਦੇ ਹੀ ਨਹੀਂ ਹੈਗੇ ਇਹ ਗੱਲ, ਜਦਕਿ ਵੀ ਅਸੀਂ ਦੇਖਦੇ ਹਾਂ ਵੀ ਪਸ਼ੂ ਖਾ ਰਹੇ ਆ, ਪਰ ਪਸ਼ੂ ਓਨਾ ਨਹੀਂ ਖਾ ਰਿਹਾ ਹੁੰਦਾ। ਪਸ਼ੂ ਦਾ ਜਿਹੜਾ ਡਰਾਈ ਮੈਟਰ ਹੈ ਉਹ ਪੂਰਾ ਨਹੀਂ ਹੋ ਰਿਹਾ ਹੁੰਦਾ। ਜੇ ਡਰਾਈ ਮੈਟਰ 1 ਕਿਲੋ ਪਸ਼ੂ ਦਾ ਅਸੀਂ ਵਧਾ ਦਈਏ, ਅਸੀਂ ਸੰਤੁਲਿਤ ਖੁਰਾਕ ਨਾਲ ਅਤੇ ਸਹੀ ਪ੍ਰਬੰਧਨ ਨਾਲ ਜੇ ਪਸ਼ੂ ਦਾ 1 ਕਿਲੋ ਡਰਾਈ ਮੈਟਰ ਵੀ ਵਧਾ ਦਈਏ ਸੂਣ ਤੋਂ ਬਾਅਦ, ਤਾਂ 3 ਕਿਲੋ ਦੁੱਧ ਵੱਧ ਜਾਂਦਾ। ਸੋ ਇਸ ਕਰਕੇ ਇਸ ਚੀਜ਼ ਵੱਲ ਧਿਆਨ ਦੇਣਾ। ਇਹ ਬਿਮਾਰੀ ਦੀ ਜੜ ਹੈ। ਪਹਿਲੀ ਆਪਾਂ ਇਹਦੇ ਬਾਰੇ ਟੋਟਲ 10 ਕਾਰਨਾਂ ਬਾਰੇ ਗੱਲ ਕਰਨੀ ਹੈ, ਪਰ ਜਿਹੜਾ ਇਹ ਕਾਰਨ ਹੈ ਇਹ ਸਭ ਤੋਂ ਵੱਡਾ ਕਾਰਨ ਹੈ, ਕਿਉਂਕਿ 2 ਮਹੀਨੇ 'ਚ ਜਿਹੜਾ ਨੁਕਸਾਨ ਪਸ਼ੂ ਦਾ ਅਸੀਂ ਕਰ ਲੈਂਦੇ ਹਾਂ ਸੂਣ ਤੋਂ ਬਾਅਦ, ਉਹਨੂੰ ਪੂਰਾ ਹੋਣ ਨੂੰ ਕਈ ਵਾਰੀ 6 ਮਹੀਨੇ ਵੀ ਲੱਗ ਜਾਂਦੇ ਆ। ਉਸ ਵੇਲੇ ਪਸ਼ੂ ਨੂੰ ਤੁਸੀਂ ਗੁੜ ਦੇ ਸਕਦੇ ਹੋ। ਹੁਣ ਇਹੀ ਜਿਹੀਆਂ ਗੱਲਾਂ ਨਾ ਕਰੀਏ ਆਪਾਂ ਤਾਜ਼ੇ ਸੂਏ ਪਸ਼ੂ ਵਾਸਤੇ ਵੀ ਜੀ ਗੁੜ ਗਰਮ ਹੁੰਦਾ ਜਾਂ ਗੁੜ ਠੰਡਾ ਹੁੰਦਾ। ਅੱਧਾ ਕਿਲੋ ਗੁੜ ਸਵੇਰੇ ਸ਼ਾਮ ਪਸ਼ੂ ਨੂੰ ਬੜੇ ਆਰਾਮ ਨਾਲ ਦਿੱਤਾ ਜਾ ਸਕਦਾ ਹੈ। ਪਸ਼ੂ ਦਾ ਤਾਂ ਗਲੂਕੋਸ ਲੈਵਲ ਪੂਰਾ ਨਹੀਂ ਹੋ ਰਿਹਾ, ਸ਼ੂਗਰ ਲੈਵਲ ਪਸ਼ੂ ਦਾ ਥੱਲੇ ਰਹਿ ਰਿਹਾ, ਅਤੇ ਅਸੀਂ ਗਰਮ ਠੰਡੀ ਚੀਜ਼ਾਂ ਦੀ ਗੱਲਾਂ ਕਰਦੇ ਹਾਂ। ਕਣਕ ਦੇ ਸਕਦੇ ਹੋ, ਬੜੇਵੇਂ ਦੇ ਸਕਦੇ ਹੋ। ਬੜੇਵੇਂ 1.5-2 ਕਿਲੋ ਇਸ ਵੇਲੇ ਪਸ਼ੂ ਨੂੰ ਦੇਣੇ ਕੋਈ ਉਹ ਨਹੀਂ ਹੁੰਦੇ, ਉਬਾਲ ਕੇ ਰਿੰਨ ਕੇ ਦੇ ਸਕਦੇ ਹੋ। ਬਾਈਪਾਸ ਪ੍ਰੋਟੀਨ ਬੜੀ ਵਧੀਆ ਹੁੰਦੀ ਹੈ। ਕਿਉਂਕਿ ਮੈਂ ਉਹ ਦੇਖੋ, ਜਦੋਂ ਮੈਂ ਗੱਲ ਕਰਦਾ ਮੇਰੇ ਸਾਡੇ ਕੋਲ ਹਰ ਤਰ੍ਹਾਂ ਦੇ ਪਸ਼ੂ ਪਾਲਕ ਹੈ। 1-1, 2-2 ਵਾਲੇ ਵੀ ਹੈ ਔਰ 100-200 ਵਾਲੇ ਵੀ ਹੈ। ਜਿਹੜੇ 100-200 ਵਾਲੇ ਆ ਉਹ ਵਧੀਆ ਮੈਨੇਜਮੈਂਟ, ਵਧੀਆ ਫੀਡਿੰਗ, ਵਧੀਆ ਖੁਰਾਕ, ਵਧੀਆ ਪ੍ਰਬੰਧਨ ਕਰ ਰਹੇ ਹੈ। ਪਰ ਜਿਹੜੇ 1-2 ਵਾਲੇ ਆ ਵਿਚਾਰੇ, ਉਹ ਕਈ ਵਾਰੀ ਬਜ਼ਾਰੀ ਫੀਡਾਂ 'ਤੇ ਨਿਰਭਰ ਰਹਿ ਜਾਂਦੇ ਆ। ਸੋ ਇਸ ਕਰਕੇ ਮੈਂ ਕਹੂੰਗਾ ਵੀ ਤੁਸੀਂ ਘਰੇ ਵੀ ਪਸ਼ੂ ਨੂੰ ਵਧੀਆ ਕੁਆਲਿਟੀ ਦੀ ਲੇਟੀ ਬਣਾ ਕੇ ਦੇ ਸਕਦੇ ਹੋ। ਲੇਟੀ ਜੋ ਦੇਣੀ ਹੈ, ਅਸੀਂ 50 ਗ੍ਰਾਮ 100 ਗ੍ਰਾਮ ਮਿੱਠਾ ਸੋਡਾ ਜ਼ਰੂਰ ਪਾਉਣਾ, ਤਾਂ ਕਿ ਪਸ਼ੂ 'ਚ ਤੇਜ਼ਾਬੀਪਣ ਨਾ ਵਧੇ, ਕਿਉਂਕਿ ਤੇਜ਼ਾਬੀਪਣ ਵੀ ਬਹੁਤ ਜ਼ਿਆਦਾ ਬਿਮਾਰੀਆਂ ਦਾ ਕਾਰਨ ਹੈ। ਸੋ ਇਹ ਜਿਹੜਾ ਵਿਸ਼ਾ ਹੈਗਾ, ਪਹਿਲਾਂ ਅਸੀਂ ਇੱਥੋਂ ਬਿਮਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਦੂਜੇ ਨੰਬਰ 'ਤੇ ਦੇਖੋ ਕੀ ਹੈ ਵੀ ਗਰਮੀ ਦਾ ਜਿਹੜਾ ਸੀਜ਼ਨ ਹੈ, ਇਹ 'ਚ ਖੂਨ ਦੀ ਕਮੀ ਇੱਕ ਬਹੁਤ ਵੱਡਾ ਕਾਰਨ ਹੈ ਪਸ਼ੂਆਂ ਦੇ ਹੀਟ 'ਚ ਨਾ ਆਉਣ ਦਾ, ਅਤੇ ਗੱਭਣ ਨਾ ਹੋਣ ਦਾ, ਅਤੇ ਦੁੱਧ ਨਾ ਦੇਣ ਦਾ। ਔਰ ਖੂਨ ਦੀ ਕਮੀ ਬਾਰੇ ਮੈਂ ਹਮੇਸ਼ਾ ਕਹਿਣਾ ਵੀ ਤੁਸੀਂ ਆਪਣੇ ਪਸ਼ੂਆਂ ਦਾ ਹੀਮੋਗਲੋਬਿਨ 2-3 ਵਾਰੀ 4 ਵਾਰੀ ਜ਼ਰੂਰ ਟੈਸਟ ਕਰਾਓ। ਜੇ ਤੁਹਾਡੇ ਪਸ਼ੂ 'ਚ ਖੂਨ ਦੀ ਕਮੀ ਹੈ, ਕੋਈ ਵੀ ਤੁਹਾਡੇ ਪਸ਼ੂ ਨੂੰ ਗੱਭਣ ਨਹੀਂ ਕਰ ਸਕਦਾ। ਸੋ ਖੂਨ ਦੀ ਕਮੀ ਕੀ ਹੈ, 20 ਤੋਂ 30 ਰੁਪਏ ਦਾ ਇੱਕ ਟੈਸਟ ਹੈ ਹੀਮੋਗਲੋਬਿਨ ਦਾ। ਦੇਖੋ, ਜੇ ਤੁਹਾਡੇ ਪਸ਼ੂ ਦਾ ਖੂਨ 8 ਗ੍ਰਾਮ ਤੋਂ ਘੱਟ ਹੈ, ਅਤੇ ਜਿਹੜਾ ਸ਼ੂਗਰ ਲੈਵਲ ਹੈ ਉਹ 50 ਤੋਂ ਘੱਟ ਹੈ। ਸ਼ੂਗਰ ਲੈਵਲ ਵੀ ਅਸੀਂ ਸ਼ੂਗਰ ਵਾਲੀ ਮੀਟਰ, ਜਿਹੜਾ ਗਲੂਕੋਸ ਵਾਲਾ ਮੀਟਰ ਹੁੰਦਾ ਜਿਹਦੇ ਅਸੀਂ ਆਪਦੀ ਸ਼ੂਗਰ ਚੈੱਕ ਉਹਦੇ ਨਾਲ ਚੈੱਕ ਕਰਾ ਸਕਦੇ ਹਾਂ, ਤਾਂ ਪਸ਼ੂ ਨੇ ਗੱਭਣ ਹੋਣਾ ਹੀ ਨਹੀਂ ਹੈਗਾ। ਗੱਲ ਹੈ ਅਸੀਂ ਬਿਨਾਂ ਮਤਲਬ ਕਈ ਵਾਰੀ ਦਵਾਈਆਂ ਭਰਾਉਂਦੇ ਰਹਿਣੇ, ਜਾਂ ਬਿਨਾਂ ਮਤਲਬ ਕਈ ਵਾਰੀ ਉਹ ਕਰਦੇ ਰਹਿਣੇ ਆ। ਬਾਕੀ ਚੀਜ਼ਾਂ ਤਾਂ ਬਾਅਦ 'ਚ, ਪਹਿਲਾਂ ਮੁੱਢਲੀਆਂ ਚੀਜ਼ਾਂ ਤਾਂ ਠੀਕ ਕਰੀਏ ਨਾ ਅਸੀਂ। ਸੋ ਇਹ ਗੱਲਾਂ ਸਾਡੀਆਂ ਮੇਨ ਨੇ। ਤੀਜੀ ਗੱਲ, ਸੂਣ ਤੋਂ ਬਾਅਦ 4 ਤੋਂ 5 ਦਿਨ ਤੱਕ ਜੇ ਅਸੀਂ ਸਵੇਰੇ ਸ਼ਾਮ ਪਸ਼ੂ ਦਾ ਬੁਖਾਰ ਚੈੱਕ ਕਰਦੇ ਹਾਂ, ਇਹ ਰੀਪਰੋਡਕਸ਼ਨ ਮੈਨੇਜਮੈਂਟ ਦਾ ਪਹਿਲਾ ਹਿੱਸਾ ਹੈ। ਜਿਹੜੀ ਇਹ ਪ੍ਰਬੰਧਨ ਹੈ ਸਾਡਾ, ਉਹਦਾ ਪਹਿਲਾ ਹਿੱਸਾ ਹੈ ਰੀਪਰੋਡਕਸ਼ਨ ਦੀ ਜਿਹੜੀ ਪ੍ਰਬੰਧਨ ਹੈ ਸਾਡਾ। ਉਹਦੇ ਵਾਸਤੇ ਕੀ ਹੈ ਵੀ ਜੇ 4-5 ਦਿਨ ਤੁਸੀਂ ਸੂਣ ਤੋਂ ਬਾਅਦ ਪਸ਼ੂ ਦਾ ਬੁਖਾਰ ਚੈੱਕ ਕਰਦੇ ਹੋ, ਅਤੇ ਪਸ਼ੂ ਨੂੰ ਬੁਖਾਰ ਆ ਜਾਂਦਾ ਬਾਈ ਚਾਂਸ 4 ਤੋਂ 5 ਦਿਨ 'ਚ, ਤਾਂ ਤੁਸੀਂ ਐਂਟੀਬਾਇਓਟਿਕ ਜਾਂ ਮਾਹਰ ਦੀ ਸਲਾਹ ਦੇ ਨਾਲ ਉਹਦਾ ਇਲਾਜ ਕਰਾਓ। ਬਿਨਾਂ ਮਤਲਬ ਪਰਹੇਜ਼ ਦੇ ਤੌਰ 'ਤੇ ਹੈਵੀ ਐਂਟੀਬਾਇਓਟਿਕ ਲਾਉਣੇ ਕਿਸੇ ਪਾਸਿਓਂ ਅਕਲਬੰਦੀ ਨਹੀਂ ਹੈਗੀ। ਮੈਂ ਦੇਖਿਆ 1000 1500 ਵਾਲੇ ਟੀਕੇ ਲੋਕੀ ਬਿਨਾਂ ਮਤਲਬ ਲਾਈ ਜਾਂਦੇ ਆ, ਬਿਨਾਂ ਕਿਸੇ ਦੀ ਸਲਾਹ ਨਾਲ, ਸਿਰਫ ਮਾਰਕੀਟਿੰਗ ਦੇ ਦਵਾਈਆਂ ਦੀਆਂ ਗੱਲਾਂ ਬਾਤਾਂ ਚਾ ਕੇ। ਸੋ ਅੱਜ ਆਪਾਂ ਵਿਸ਼ੇ ਦੀ, ਇਹਦੀ ਪਹਿਲੇ ਵਿਸ਼ੇ ਬਾਰੇ ਆਪਾਂ ਸ਼ੁਰੂਆਤ ਕੀਤੀ ਹੈ। ਅਗਲੀ ਵਾਰੀ ਇਹ ਵਿਸ਼ੇ ਨੂੰ ਆਪਾਂ ਹੋਰ ਅੱਗੇ ਤੋਰਾਂਗੇ। ਬਾਕੀ ਮੈਂ ਇਹੀ ਕਹੂੰਗਾ ਵੀ ਐਂਟੀਬਾਇਓਟਿਕਸ ਅਤੇ ਹਾਰਮੋਨ ਦੀ ਜਿਹੜੀ ਵਰਤੋਂ ਹੈ ਘਟਾਓ, ਦੁੱਧ ਦੇ ਰੇਟ ਮੁਤਾਬਕ ਹੀ ਖਰਚਾ ਕਰੋ। ਔਰ ਜਿਹੜੀਆਂ ਹੈਗੀਆਂ ਹੋਮਿਓਪੈਥਿਕ, ਇਲੈਕਟ੍ਰੋਪੈਥਿਕ ਅਤੇ ਐਥਨੋ ਵੈਟਰਨਰੀ ਮੈਡੀਸਨ, ਇਹਨਾਂ ਦੀ ਵਰਤੋਂ ਜਿਹੜੀ ਹੈਗੀ ਅਸੀਂ ਵਧਾਈਏ, ਕਿਉਂਕਿ ਇਹ ਜਿਹੜੀਆਂ ਦਵਾਈਆਂ ਦਾ ਖਰਚਾ, ਜਿਹੜੀ ਹੋਮਿਓਪੈਥਿਕ, ਇਲੈਕਟ੍ਰੋਪੈਥਿਕ ਜਾਂ ਐਥਨੋ ਵੈਟਰਨਰੀ ਮੈਡੀਸਨ ਦਾ ਖਰਚਾ,
ਐਲੋਪੈਥਿਕ ਦਵਾਈਆਂ ਦੇ ਮੁਕਾਬਲੇ ਸਿਰਫ 20% ਹੀ ਪੈਂਦਾ, ਪੰਜਵਾਂ ਹਿੱਸਾ ਹੀ ਪੈਂਦਾ। ਦੂਜਾ, ਦੁੱਧ ਦੀ ਕੁਆਲਿਟੀ ਵਧੀਆ ਰਹਿੰਦੀ ਹੈ, ਪਸ਼ੂ ਦੀ ਸਿਹਤ ਵੀ ਵਧੀਆ ਰਹਿੰਦੀ ਹੈ, ਔਰ ਤੁਹਾਡੀ ਸਿਹਤ ਵੀ ਠੀਕ ਰਹੇਗੀ ਜੇ 2 ਪੈਸੇ ਘੱਟ ਖਰਚ ਹੋਣਗੇ। ਸੋ ਕੋਈ ਸਵਾਲ ਹੋਵੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ। ਪਸ਼ੂ ਪਾਲਣ ਵਿਭਾਗ ਹਮੇਸ਼ਾ ਹੀ ਤੁਹਾਡੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੈ। ਤੁਹਾਡੇ ਨੇੜੇ ਜਿਹੜੇ ਪਸ਼ੂ ਹਸਪਤਾਲ ਦਾ ਡਿਸਪੈਂਸਰੀ ਹੈ ਉਹਦੇ ਨਾਲ ਤਾਲਮੇਲ ਕਰੋ। ਬਾਕੀ ਮੈਂ ਕਹੂੰਗਾ ਵੀ ਜੇ ਤੁਹਾਡੀਆਂ ਕੁਝ ਕੁਐਰੀਜ਼ ਹੁੰਦੀਆਂ ਸੀ ਮੈਨੂੰ ਵੀ WhatsApp ਕਰ ਸਕਦੇ ਹੋ, ਨੇੜੇ ਦੇ ਪਸ਼ੂ ਹਸਪਤਾਲ ਦੇ ਮਾਹਰ ਨਾਲ ਵੀ ਕਰ ਸਕਦੇ ਹੋ। ਬਾਕੀ ਦੇਖੋ ਕਈ ਵਾਰੀ ਫ਼ੋਨ ਕਾਲ ਬਹੁਤ ਆਉਂਦੇ ਆ, ਕੁਛ ਜਿਹੜੇ ਫ਼ੋਨ ਕਾਲ ਹੁੰਦੇ ਆ ਮੈਥੋਂ ਮਿਸ ਹੋ ਜਾਂਦੇ ਆ, ਤੁਸੀਂ ਦੁਬਾਰਾ ਕਰ ਲਿਓ। ਮੈਨੂੰ ਵੀ ਕਈ ਵਾਰ ਅਫਸੋਸ ਹੁੰਦਾ, ਪਰ ਕਈ ਵਾਰੀ ਸਰਕਾਰੀ ਕੰਮਕਾਰ ਦੇ ਚੱਕਰ 'ਚ ਫ਼ੋਨ ਨਹੀਂ ਸੁਣੇ ਜਾਂਦੇ। ਸੋ ਸਾਰਿਆਂ ਦਾ ਧੰਨਵਾਦ ਜੀ। ਇਸ ਵਿਸ਼ੇ ਬਾਰੇ ਆਪਾਂ ਬਹੁਤ ਹੀ ਵਿਸਤਾਰ 'ਚ ਗੱਲ ਕਰਾਂਗੇ, ਹਰ ਇੱਕ ਕਾਰਨ 'ਤੇ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ। ਮਿਨੀਮਮ 4 ਜਾਂ 5 ਲੈਕਚਰ ਆਪਾਂ ਇਸ ਵਿਸ਼ੇ ਬਾਰੇ ਲਵਾਂਗੇ। ਸੋ ਕੋਈ ਸਵਾਲ ਹੋਵੇ ਜੀ ਮੈਨੂੰ WhatsApp ਕਰੋ। ਸਾਰਿਆਂ ਦਾ ਧੰਨਵਾਦ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।